हाँ जी प्यारे दोस्तों, सब तो पहला साਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ 10ਵੀਂ ਜਮਾਤ ਵਿਸ਼ਾ ਸਮਾਜਿਕ ਸਿੱਖਿਆ ਪਾਠ ਨੰਬਰ 5 ਭੂਮੀ ਵਰਤੋਂ ਅਤੇ ਖੇਤੀਬਾੜੀ। ਇਹ ਸਾਡਾ ਪਾਰਟ 2 ਹੈ। ਪਾਰਟ 1 ਇਸ ਤੋਂ ਪਹਿਲਾਂ ਪਾਇਆ ਜਾ ਚੁੱਕਿਆ ਹੈ। ਠੀਕ ਹੈ, ਪ੍ਰਸ਼ਨ ਉੱਤਰ ਕਰਨੇ ਨੇ ਆਪਾਂ ਅੱਜ ਇਸ ਦੇ ਬਚਦੇ ਹੋਏ। ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ। ਹੁਣ ਆਪਾਂ ਪ੍ਰਸ਼ਨ ਨੰਬਰ 11 ਤੋਂ ਸ਼ੁਰੂ ਕਰਦੇ ਹਾਂ। 10 ਪਹਿਲਾਂ ਪਾਏ ਜਾ ਚੁੱਕੇ ਨੇ। ਦੇਸ਼ ਵਿੱਚ ਪਸ਼ੂ ਧਨ ਦੇ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਵਿਆਖਿਆ ਕਰੋ। ਜਿਹੜਾ ਪਸ਼ੂ ਧਨ ਹੈ ਉਸਦੇ ਲਈ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਉਹਨਾਂ ਦੀ ਆਪਾਂ ਨੇ ਵਿਆਖਿਆ ਕਰਨੀ ਹੈ। ਉੱਤਰ, ਪਸ਼ੂ ਧਨ ਦੇ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੇ ਕਈ ਕਦਮ ਚੁੱਕੇ ਹਨ। ਪਸ਼ੂਆਂ ਨੂੰ ਭਿੰਨ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਧਨ ਸਿਹਤ ਕੇਂਦਰ ਖੋਲ੍ਹੇ ਗਏ ਹਨ। ਨੰਬਰ 3, ਦੇਸ਼ ਵਿੱਚ ਕਈ ਪਸ਼ੂ ਹਸਪਤਾਲ ਵੀ ਖੋਲ੍ਹੇ ਗਏ ਹਨ। ਪ੍ਰਸ਼ਨ ਨੰਬਰ 12, ਹਰੀ ਕ੍ਰਾਂਤੀ ਨੂੰ ਕੁਝ ਲੋਕ ਕਣਕ ਕ੍ਰਾਂਤੀ ਦਾ ਨਾਂ ਕਿਉਂ ਦਿੰਦੇ ਹਨ? ਕਿਉਂਕਿ ਜਿਹੜੀ ਹਰੀ ਕ੍ਰਾਂਤੀ ਹੈ ਉਸ ਦੇ ਵਿੱਚ ਮੇਨ ਫਸਲ ਕਿਹੜੀ ਜ਼ਿਆਦਾ ਉੱਭਰ ਕੇ ਅੱਗੇ ਆਈ ਸੀ, ਜ਼ਿਆਦਾ ਉੱਗੀ ਸੀ? ਕਣਕ। ਕਣਕ ਦੇ ਉਤਪਾਦਨ ਵਿੱਚ ਹਰੀ ਕ੍ਰਾਂਤੀ ਦੇ ਬਾਅਦ ਦੇ ਸਾਲਾਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਇਆ। ਹਰੀ ਕ੍ਰਾਂਤੀ ਦੀ ਸ਼ੁਰੂਆਤ ਭਾਰਤ ਵਿੱਚ 1967-68 ਵਿੱਚ ਹੋਈ। ਇਹ ਸਾਲ ਤੁਸੀਂ ਯਾਦ ਰੱਖਣਾ, 1967-68। ਕਣਕ ਦਾ ਉਤਪਾਦਨ ਸਾਲ 1960-61 ਵਿੱਚ 1 ਕਰੋੜ 10 ਲੱਖ ਟਨ ਸੀ ਅਤੇ ਸਾਲ 1970-71 ਵਿੱਚ ਵੱਧ ਕੇ 2 ਕਰੋੜ 38 ਲੱਖ ਟਨ ਹੋ ਗਿਆ। ਹਰੀ ਕ੍ਰਾਂਤੀ ਤੋਂ ਬਾਅਦ ਕਿਸੇ ਹੋਰ ਖਾਦ ਅੰਨ ਉਤਪਾਦਨ ਵਿੱਚ ਇੰਨਾ ਜ਼ਿਆਦਾ ਵਾਧਾ ਨਹੀਂ ਹੋਇਆ ਜਿੰਨਾ ਕਿ ਕਣਕ ਉਤਪਾਦਨ ਵਿੱਚ ਹੋਇਆ। ਇਸੇ ਕਰਕੇ ਕਣਕ ਦੇ ਉਤਪਾਦਨ ਵਿੱਚ ਹੋਏ ਬੇਹੱਦ ਵਾਧੇ ਦੇ ਕਾਰਨ ਹੀ ਲੋਕ ਹਰੀ ਕ੍ਰਾਂਤੀ ਨੂੰ ਕਣਕ ਕ੍ਰਾਂਤੀ ਦਾ ਨਾਂ ਦਿੰਦੇ ਹਨ। ਪ੍ਰਸ਼ਨ ਨੰਬਰ 13, ਗੈਰ ਖੇਤੀ ਕੰਮਾਂ ਲਈ ਵੱਧਦੀ ਜ਼ਮੀਨ ਦੀ ਵਰਤੋਂ ਦੇ ਕੀ ਕਾਰਨ ਹਨ? ਉੱਤਰ, ਗੈਰ ਖੇਤੀ ਕੰਮਾਂ ਲਈ ਵੱਧਦੀ ਹੋਈ ਜ਼ਮੀਨ ਦੀ ਵਰਤੋਂ ਦਾ ਮੁੱਖ ਕਾਰਨ ਜ਼ਮੀਨ ਉੱਤੇ ਜਨਸੰਖਿਆ ਦਾ ਦਬਾਅ ਹੈ। ਨੰਬਰ 2, ਵੱਧਦੀ ਹੋਈ ਆਬਾਦੀ ਦੇ ਨਾਲ ਸ਼ਹਿਰੀ ਅਤੇ ਪੇਂਡੂ ਬਸਤੀਆਂ ਦਾ ਵਿਸਤਾਰ ਹੋ ਰਿਹਾ ਹੈ। ਇਹ ਸ਼ਹਿਰੀ ਗਲਤ ਲਿਖਿਆ ਗਿਆ, ਇਹ ਲਿਖਿਆ ਜਾਏਗਾ ਸੱਸਾ ਹਾਹੇ ਨੂੰ ਸਿਹਾਰੀ ਰਾਰੇ ਨੂੰ ਬਿਹਾਰੀ, ਸ਼ਹਿਰੀ। ਠੀਕ ਹੈ। ਨੰਬਰ 3, ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਆਉਣ ਕਰਕੇ ਜ਼ਮੀਨ ਦਾ ਬਹੁਤ ਵੱਡਾ ਖੇਤਰ ਸੜਕਾਂ, ਨਹਿਰਾਂ, ਉਦਯੋਗਿਕ ਅਤੇ ਖੇਤੀ ਕੰਮਾਂ ਵਿੱਚ ਵਰਤਿਆ ਜਾ ਰਿਹਾ ਹੈ। ਪ੍ਰਸ਼ਨ ਨੰਬਰ 14, ਵਣਾਂ ਦੇ ਮਹੱਤਵ ਬਾਰੇ ਸੰਖੇਪ ਵਿੱਚ ਲਿਖੋ। ਉੱਤਰ, ਵਣ ਪਰਿਸਥਿਤਿਕ ਸੰਤੁਲਨ ਅਤੇ ਕੁਦਰਤੀ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਬਹੁਤ ਯੋਗਦਾਨ ਪਾਉਂਦੇ ਹਨ। ਠੀਕ ਹੈ। ਨੰਬਰ 2, ਵਣ ਜੰਗਲੀ ਜੀਵਾਂ ਦਾ ਘਰ ਹਨ। ਜਿੱਥੇ ਉਹਨਾਂ ਨੂੰ ਰਹਿਣ ਲਈ ਆਸਰਾ ਮਿਲਦਾ ਹੈ ਤਾਂ ਇਹ ਜੰਗਲੀ ਜੀਵਾਂ ਦਾ ਘਰ ਹੁੰਦੇ ਨੇ। ਠੀਕ ਹੈ, ਉੱਥੇ ਉਹ ਜੰਗਲੀ ਜਾਨਵਰ ਨੇ, ਠੀਕ ਹੈ, ਉਹ ਜਨਮ ਲੈਂਦੇ ਨੇ, ਉੱਥੇ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ। ਨੰਬਰ 3, ਵਣ ਵਰਖਾ ਲਿਆਉਣ ਵਿੱਚ ਸਹਾਇਤਾ ਕਰਦੇ ਨੇ। ਠੀਕ ਹੈ। ਨੰਬਰ 4, ਵਣਾਂ ਤੋਂ ਸਾਨੂੰ ਇਮਾਰਤੀ ਲੱਕੜੀ ਅਤੇ ਬਾਲਣ ਲਈ ਲੱਕੜੀ ਵੀ ਮਿਲਦੀ ਹੈ। ਜਿਹੜਾ ਆਪਣੇ ਘਰੇ ਫਰਨੀਚਰ ਦਾ ਸਮਾਨ ਹੁੰਦਾ ਹੈ, ਟੇਬਲ, ਠੀਕ ਹੈ, ਹੋਰ ਚੀਜ਼ਾਂ, ਲੱਕੜ ਦੀਆਂ ਕੁਰਸੀਆਂ, ਇਹ ਸਭ ਲੱਕੜੀ ਤੋਂ ਬਣਦਾ ਹੈ। ਠੀਕ ਹੈ। ਘਰਾਂ ਦੇ ਵਿੱਚ ਵੀ ਹੋਰ ਅਲਮਾਰੀਆਂ ਵਗੈਰਾ ਲੱਕੜ ਵਰਤੀ ਜਾਂਦੀ ਹੈ ਅਤੇ ਅਸੀਂ ਬਾਲਣ ਦੇ ਲਈ ਵੀ ਲੱਕੜ ਵਰਤਦੇ ਹਾਂ। ਪ੍ਰਸ਼ਨ ਨੰਬਰ 15, ਆਜ਼ਾਦੀ ਦੇ ਬਾਅਦ ਖਾਦ ਅੰਨ ਪਦਾਰਥਾਂ ਦੀ ਪ੍ਰਤੀ ਵਿਅਕਤੀ ਪ੍ਰਾਪਤੀ 'ਤੇ ਕੀ ਅਸਰ ਪਿਆ ਹੈ? ਉੱਤਰ, ਆਜ਼ਾਦੀ ਦੇ ਬਾਅਦ ਖਾਦ ਅੰਨ ਪਦਾਰਥਾਂ ਦੀ ਪ੍ਰਤੀ ਵਿਅਕਤੀ ਪ੍ਰਾਪਤੀ ਵਿੱਚ ਬਹੁਤ ਵਾਧਾ ਹੋਇਆ ਹੈ। ਦੇਸ਼ ਵਿੱਚ ਖੁਰਾਕ ਪਦਾਰਥਾਂ ਦਾ ਉਤਪਾਦਨ ਆਜ਼ਾਦੀ ਦੇ ਬਾਅਦ 3 ਗੁਣਾ ਤੋਂ ਵੀ ਵਧਿਆ ਹੈ। ਪ੍ਰਤੀ ਵਿਅਕਤੀ ਖੁਰਾਕ ਪਦਾਰਥਾਂ ਦੀ ਪ੍ਰਾਪਤੀ ਜੋ 1950 ਵਿੱਚ 395 ਗ੍ਰਾਮ ਸੀ, 1991 ਵਿੱਚ ਵੱਧ ਕੇ 510 ਗ੍ਰਾਮ ਪ੍ਰਤੀ ਵਿਅਕਤੀ ਤੱਕ ਪਹੁੰਚ ਗਈ। ਪ੍ਰਸ਼ਨ ਨੰਬਰ 16, ਦੇਸ਼ ਵਿੱਚ ਖੇਤੀ ਜੋਤਾਂ ਦੇ ਛੋਟੇ ਹੋਣ ਦੇ ਕੀ ਕਾਰਨ ਹਨ? ਇਹਨਾਂ ਦਾ ਭਾਰਤੀ ਖੇਤੀਬਾੜੀ 'ਤੇ ਕੀ ਅਸਰ ਪੈਂਦਾ ਹੈ? ਇੱਥੇ ਕੀ ਲਿਖਿਆ ਜਾਏਗਾ, ਕੀ ਅਸਰ ਪੈਂਦਾ ਹੈ? ਠੀਕ ਹੈ, ਕੀ? ਉੱਤਰ, ਦੇਸ਼ ਵਿੱਚ 58% ਜੋਤਾਂ ਦਾ ਆਕਾਰ 1 ਹੈਕਟੇਅਰ ਤੋਂ ਵੀ ਘੱਟ ਹੈ। ਦੇਸ਼ ਵਿੱਚ ਖੇਤੀ ਜੋਤਾਂ ਦੇ ਛੋਟੇ ਆਕਾਰ ਦੇ ਹੋਣ ਦਾ ਮੁੱਖ ਕਾਰਨ ਜਨਸੰਖਿਆ ਦਾ ਵਾਧਾ ਹੈ ਅਤੇ ਖੇਤਾਂ ਦੀ ਅਸਮਾਨ ਵੰਡ ਹੈ। ਜੋਤਾਂ ਦਾ ਆਕਾਰ ਛੋਟਾ ਹੋਣ ਕਰਕੇ ਆਰਥਿਕ ਪੱਖ ਤੋਂ ਬਹੁਤ ਘੱਟ ਲਾਭ ਪ੍ਰਾਪਤ ਹੁੰਦਾ ਹੈ। ਛੋਟੇ ਕਿਸਾਨ ਮਿਹਨਤ ਤਾਂ ਕਰਦੇ ਹਨ ਪਰ ਉਹਨਾਂ ਨੂੰ ਬੱਚਤ ਬਹੁਤ ਘੱਟ ਹੁੰਦੀ ਹੈ ਕਿਉਂਕਿ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ, ਖੇਤੀ ਦੇ ਸੰਦ ਵੱਡੇ ਕਿਸਾਨਾਂ ਤੋਂ ਕਿਰਾਏ 'ਤੇ ਲੈਣੇ ਪੈਂਦੇ ਹਨ ਅਤੇ ਮਹਿੰਗੀਆਂ ਖਾਦਾਂ ਵੀ ਖਰੀਦਣੀਆਂ ਪੈਂਦੀਆਂ ਹਨ। ਤਾਂ ਬੱਚੇ, ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦਾ ਜਿਹੜਾ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਹੈ। ਠੀਕ ਹੈ। ਪਹਿਲਾਂ ਤਾਂ ਉਹ ਸਭ ਤੋਂ ਪਹਿਲਾਂ ਜਦੋਂ ਆਪਾਂ ਫਸਲ ਬੀਜਦੇ ਹਾਂ, ਸਭ ਤੋਂ ਪਹਿਲਾਂ ਆਪਾਂ ਉੱਥੇ ਬੀਜ ਲੈ ਕੇ ਆਵਾਂਗੇ। ਠੀਕ ਹੈ। ਨੰਬਰ 1 'ਤੇ ਆਪਾਂ ਬੀਜ ਆ ਜਿਹੜਾ ਮਾਰਕੀਟ ਤੋਂ ਖਰੀਦਾਂਗੇ, ਬਾਜ਼ਾਰ 'ਚੋਂ ਖਰੀਦਾਂਗੇ, ਉਸ 'ਤੇ ਖਰਚਾ ਹੋਏਗਾ। ਠੀਕ ਹੈ। ਫਿਰ ਆਪਾਂ ਖੇਤ ਨੂੰ ਆਪਾਂ ਵਾਹਾਂਗੇ। ਠੀਕ ਹੈ। ਕਿਉਂਕਿ ਉਸ 'ਤੇ ਆਪਾਂ ਬਿਜਾਈ ਵੀ ਕਰਨੀ ਹੈ। ਉਸ ਦੇ ਵਿੱਚ ਜੋ ਟਰੈਕਟਰ ਚੱਲਣਗੇ ਉਹ ਛੋਟੇ ਕਿਸਾਨ ਕੋਲ ਨਹੀਂ ਹੁੰਦੇ, ਉਹ ਵੱਡੇ ਕਿਸਾਨ ਤੋਂ ਕਿਰਾਏ 'ਤੇ ਲਏਗਾ। ਠੀਕ ਹੈ। ਉਹ ਖੇਤੀ ਕਰੇਗਾ, ਬੀਜੇਗਾ, ਉੱਥੇ ਆ ਗਿਆ। ਫਿਰ ਉਸ ਦੇ ਵਿੱਚ ਨਦੀਨ ਉੱਗ ਪੈਂਦੇ ਨੇ, ਉਸ ਦੇ ਵਿੱਚ ਟਰੈਕਟਰ ਫੇਰਨਾ ਪੈਂਦਾ, ਉੱਥੇ ਖਰਚਾ ਆ ਜਾਂਦਾ।
ठीक है। इस तो बाद जो आप कटाई करते हैं, इस तो बाद आप फसलों ਨੂੰ पानी लावांगे, ठीक है, पानी लावांगे ਤਾਂ ਉੱਥੇ ਵੀ ਉਹ ਪਾਣੀ ਉਸ ਨੂੰ ਵੱਡੇ ਕਿਸਾਨ ਤੋਂ ਲੈਣਾ ਪਏਗਾ। ਇਸ ਤੋਂ ਬਾਅਦ ਜਦੋਂ ਆਪਾਂ ਉਸ ਦੇ ਵਿੱਚ ਕੋਈ ਕੀਟਨਾਸ਼ਕ ਆ ਗਏ, ਆਪਾਂ ਦਵਾਈਆਂ ਕਰਾਂਗੇ, ਸਪਰੇਅ ਕਰਾਂਗੇ, ਜਾਂ ਆਪਾਂ ਕੁਦਰਤੀ ਖਾਦ ਪਾਵਾਂਗੇ ਰੂੜੀ ਵਗੈਰਾ ਦੀ, ਠੀਕ ਹੈ, ਉੱਥੇ ਖਰਚਾ ਆ ਜਾਵੇਗਾ। ਅਤੇ ਇਸ ਤੋਂ ਬਾਅਦ ਜਦੋਂ ਕਟਾਈ ਕਰੇਗਾ, ਜਦੋਂ ਉਸਦੇ ਜਿਹੜੇ ਫਸਲ ਉੱਗੀ ਹੈ ਉਸ ਨੂੰ ਬਾਜ਼ਾਰ ਤੱਕ ਲੈ ਕੇ ਜਾਣਾ, ਉਹ ਵੀ ਉਸ ਨੂੰ ਵੱਡੇ ਕਿਸਾਨ ਹੈ ਜਿਹੜਾ ਉਸ ਤੋਂ ਆਪਣੇ ਟਰੈਕਟਰ ਵਗੈਰਾ 'ਤੇ ਲੈ ਕੇ ਜਾਣਾ ਪਏਗਾ, ਉੱਥੇ ਕਰਾਇਆ ਜਾਵੇਗਾ। ਤਾਂ ਇਹਦਾ ਕਹਿਣ ਦਾ ਭਾਵ ਇਹ ਹੈ ਕਿ ਉਸ ਕੋਲ 1 ਏਕੜ ਜਾਂ 1 ਹੈਕਟੇਅਰ ਜ਼ਮੀਨ ਹੁੰਦੀ ਹੈ ਲਗਭਗ, ਅਤੇ ਉਸ ਦੇ ਵਿੱਚ ਉਸਦਾ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਹੈ। ਪ੍ਰਸ਼ਨ ਨੰਬਰ 17, ਝੋਨਾ ਪੈਦਾ ਕਰਨ ਵਾਲੇ ਮੁੱਖ ਰਾਜਾਂ ਦੇ ਨਾਂ ਲਿਖੋ। ਉੱਤਰ, ਝੋਨੇ ਦਾ ਸਭ ਤੋਂ ਵੱਧ ਉਤਪਾਦਨ ਪੱਛਮੀ ਬੰਗਾਲ ਰਾਜ ਵਿੱਚ ਹੁੰਦਾ ਹੈ। ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਮਿਲਨਾਡੂ, ਬਿਹਾਰ, ਪੰਜਾਬ ਅਤੇ ਉੜੀਸਾ ਝੋਨੇ ਦੇ ਮੁੱਖ ਉਤਪਾਦਕ ਰਾਜ ਹਨ। ਇਹਨਾਂ ਤੋਂ ਇਲਾਵਾ ਮੱਧ ਪ੍ਰਦੇਸ਼, ਅਸਾਮ, ਕਰਨਾਟਕ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਵੀ ਬਹੁਤ ਵੱਡੀ ਮਾਤਰਾ ਵਿੱਚ ਚੌਲਾਂ ਦਾ ਉਤਪਾਦਨ ਹੁੰਦਾ ਹੈ। ਤਾਂ ਬੱਚੋ ਕਿਹੜੇ ਕਿਹੜੇ ਮੁੱਖ ਰਾਜ ਨੇ? ਇੱਕ ਤਾਂ ਉੱਤਰ ਪ੍ਰਦੇਸ਼ ਹੈਗੇ, ਠੀਕ ਹੈ, ਇੱਕ ਹੈਗਾ ਆਂਧਰਾ ਪ੍ਰਦੇਸ਼, ਇੱਕ ਹੈਗਾ ਤਮਿਲਨਾਡੂ, ਬਿਹਾਰ, ਪੰਜਾਬ ਅਤੇ ਉੜੀਸਾ। ਪ੍ਰਸ਼ਨ ਨੰਬਰ 18, ਪੰਜਾਬ ਵਿੱਚ ਕਣਕ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵੱਧ ਹੋਣ ਦੇ ਕੀ ਕਾਰਨ ਹਨ? ਉੱਤਰ, ਪੰਜਾਬ ਵਿੱਚ ਕਣਕ ਦਾ ਪ੍ਰਤੀ ਹੈਕਟੇਅਰ ਝਾੜ ਸਭ ਤੋਂ ਵੱਧ ਹੁੰਦਾ ਹੈ ਅਤੇ ਕੇਂਦਰੀ ਭੰਡਾਰ ਨੂੰ ਕਣਕ ਦੇਸ਼ ਦਾ ਸਭ ਤੋਂ ਪਹਿਲਾ ਸਥਾਨ ਹੈ, ਕਿਉਂਕਿ ਪੰਜਾਬ ਦੇ ਕਿਸਾਨ ਕਣਕ ਨੂੰ ਵਪਾਰਕ ਫਸਲਾਂ ਦੇ ਰੂਪ ਵਿੱਚ ਪੈਦਾ ਕਰਦੇ ਹਨ। ਨੰਬਰ 2, ਪੰਜਾਬ ਦੇ ਕਿਸਾਨਾਂ ਨੇ ਟਿਊਬਵੈੱਲ ਦੁਆਰਾ ਸਿੰਚਾਈ ਕਰਨ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ, ਜਿਸ ਕਰਕੇ ਕਣਕ ਦੀ ਫਸਲ ਬਹੁਤ ਚੰਗੀ ਹੁੰਦੀ ਹੈ। ਤਾਂ ਬੱਚਿਓ ਜਿਹੜੇ 2 ਕਾਰਨ ਕੀ ਨੇ? ਇੱਕ ਤਾਂ ਵਪਾਰਕ ਫਸਲ ਦੇ ਰੂਪ ਵਿੱਚ ਪੈਦਾ ਕੀਤੀ ਜਾਂਦੀ ਹੈ। ਨੰਬਰ 2, ਇੱਥੇ ਫਸਲ ਉਹਨਾਂ ਨੇ ਟਿਊਬਵੈੱਲਾਂ ਦਾ ਪ੍ਰਬੰਧ ਕਰ ਰੱਖਿਆ, ਮੋਟਰਾਂ ਵਗੈਰਾ ਆਪਦੇ ਪਾਣੀ ਦੇ ਸਾਧਨ ਕਰ ਰੱਖੇ ਨੇ, ਤਾਂ ਕਰਕੇ ਉਹ ਕਣਕ ਦੀ ਫਸਲ ਵਧੀਆ ਉਗਾਉਂਦੇ ਨੇ। ਪ੍ਰਸ਼ਨ ਨੰਬਰ 19, ਦਾਲਾਂ ਦੀ ਪੈਦਾਵਾਰ ਖੇਤਰ ਵਿੱਚ ਘਾਟ ਆਉਣ ਦੇ ਕੀ ਕਾਰਨ ਹਨ? ਉੱਤਰ, ਦਾਲਾਂ ਦੇ ਖੇਤਰਫਲ ਨੂੰ ਹਰੀ ਕ੍ਰਾਂਤੀ ਤੋਂ ਬਾਅਦ ਜ਼ਿਆਦਾ ਉਤਪਾਦਨ ਵਾਲੀਆਂ ਕਣਕਾਂ ਅਤੇ ਚੌਲਾਂ ਦੀ ਫਸਲ ਵੱਲ ਬਦਲ ਦਿੱਤਾ ਗਿਆ ਹੈ। ਹੁਣ ਜਿਹੜੇ ਲੋਕ ਨੇ ਪਹਿਲਾਂ ਉਹ ਦਾਲਾਂ ਬੀਜਦੇ ਸੀ, ਠੀਕ ਹੈ, ਪਰ ਹੁਣ ਉਹ ਕੀ ਬੀਜਣ ਲੱਗ ਗਏ? ਹੁਣ ਉਹ ਕਣਕ ਅਤੇ ਚਾਵਲ ਬੀਜਣ ਲੱਗ ਗਏ। ਤਾਂ ਉਹ ਜਿਹੜੀ ਜ਼ਮੀਨ ਹੈ ਦਾਲਾਂ ਵਾਲੀ ਉਹ ਕਣਕ ਦੇ ਵਿੱਚ ਬਦਲ ਦਿੱਤੀ ਗਈ ਹੈ, ਤਾਂ ਦਾਲਾਂ ਘੱਟ ਬੀਜੀਆਂ ਗਈਆਂ ਨੇ, ਇਸ ਕਰਕੇ ਉਹਨਾਂ ਦੇ ਵਿੱਚ ਘਾਟ ਆ ਗਈ ਹੈ। ਪ੍ਰਸ਼ਨ ਨੰਬਰ 20, ਡੇਅਰੀ ਉਦਯੋਗ ਦੇ ਲਾਭ ਲਿਖੋ। ਉੱਤਰ, ਡੇਅਰੀ ਉਦਯੋਗ ਛੋਟੇ ਕਿਸਾਨਾਂ ਅਤੇ ਕਾਮਿਆਂ ਲਈ ਬਹੁਤ ਲਾਭਕਾਰੀ ਸਿੱਧ ਹੋਇਆ ਹੈ। ਨੰਬਰ 2, ਪੇਂਡੂ ਅਤੇ ਛੋਟੇ ਕਸਬੇ ਦੇ ਲੋਕਾਂ ਨੂੰ ਖਾਸ ਕਰਕੇ ਮੌਕੇ ਵਾਲੇ ਪਹਾੜੀ ਅਤੇ ਹੋਰ ਪਿਛੜੇ ਇਲਾਕਿਆਂ ਵਿੱਚ ਬਹੁਤ ਵੱਡੀ ਜਨਸੰਖਿਆ ਵਾਲੇ ਸਮੂਹ ਲਈ ਇਹ ਪਸ਼ੂ ਰੁਜ਼ਗਾਰ ਅਤੇ ਵਾਧੂ ਆਮਦਨ ਦਾ ਸਾਧਨ ਬਣ ਗਏ ਹਨ। ਨੰਬਰ 3, ਖੇਤੀ ਖੇਤਰ 'ਤੇ ਹੋਣ ਵਾਲੀ ਸਾਰੀ ਉਤਪਾਦਨ ਆਮਦਨ ਦਾ 1/4 ਤੋਂ ਵੀ ਵੱਧ ਹਿੱਸਾ ਪਸ਼ੂ ਪਾਲਣ ਖੇਤਰ ਤੋਂ ਪ੍ਰਾਪਤ ਹੁੰਦਾ ਹੈ। ਪ੍ਰਸ਼ਨ ਨੰਬਰ 21, ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਅੱਜ ਕਿਉਂ ਘਟ ਰਿਹਾ ਹੈ? ਠੀਕ ਹੈ। ਉੱਤਰ, ਸਿੰਚਾਈ ਸਹੂਲਤਾਂ ਵਧਣ ਕਾਰਨ ਕਣਕ ਅਤੇ ਚਾਵਲ ਵਰਗੀਆਂ ਫਸਲਾਂ ਵੱਧ ਬੀਜੀਆਂ ਜਾਣ ਲੱਗ ਪਈਆਂ ਹਨ, ਜਿਸ ਕਾਰਨ ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਘਟ ਰਿਹਾ ਹੈ। ਪ੍ਰਸ਼ਨ ਨੰਬਰ 22, ਪੰਜਾਬ ਦੀ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਕੀ ਹਨ? ਉੱਤਰ, ਜ਼ਿਆਦਾਤਰ ਖੇਤੀ ਜੋਤਾਂ ਛੋਟੇ ਆਕਾਰ ਦੀਆਂ ਹਨ। ਨੰਬਰ 2, ਜ਼ਿਆਦਾਤਰ ਕਿਸਾਨ ਅਨਪੜ੍ਹ ਹੋਣ ਕਾਰਨ ਵਿਗਿਆਨਕ ਤਰੀਕੇ ਨਾਲ ਫਸਲ ਚੱਕਰ ਤਿਆਰ ਨਹੀਂ ਕਰ ਸਕਦੇ। ਨੰਬਰ 3, ਕਿਸਾਨਾਂ ਨੂੰ ਮਹਿੰਗੀ ਰਸਾਇਣਕ ਖਾਦ ਅਤੇ ਕੀੜੇਮਾਰ ਦਵਾਈਆਂ ਬਾਜ਼ਾਰ ਤੋਂ ਖਰੀਦਣੀਆਂ ਪੈਂਦੀਆਂ ਹਨ, ਜਿਸ ਨਾਲ ਅਸਲ ਬਚਤ ਘਟ ਜਾਂਦੀ ਹੈ। ਨੰਬਰ 3, ਜਨਸੰਖਿਆ ਦਾ ਭਾਰੀ ਦਬਾਅ। ਪ੍ਰਸ਼ਨ ਨੰਬਰ 23, ਹਰੀ ਕ੍ਰਾਂਤੀ ਦੇ ਬਾਅਦ 2 ਸਾਲਾਂ ਵਿੱਚ ਆਏ ਫਸਲ ਚੱਕਰ ਵਿੱਚ ਤੇਜ਼ੀ ਨਾਲ ਆਏ ਪਰਿਵਰਤਨ ਦਾ ਵਰਣਨ ਕਰੋ। ਉੱਤਰ, ਹਰੀ ਕ੍ਰਾਂਤੀ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਫਸਲਾਂ ਦੇ ਚੱਕਰਾਂ ਨੂੰ ਅਪਣਾ ਲਿਆ ਜੋ ਕਿ ਉਹਨਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਹਨ। ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਨੂੰ ਕਣਕ, ਚਾਵਲ, ਪੱਛਮੀ ਉੱਤਰਾਂਚਲ ਦੇ ਕਿਸਾਨਾਂ ਨੇ ਕਣਕ ਅਤੇ ਗੰਨੇ ਦਾ ਫਸਲੀ ਚੱਕਰ ਅਪਣਾ ਲਿਆ ਹੈ। ਪ੍ਰਸ਼ਨ ਨੰਬਰ 24, ਉਹ ਕਿਹੜੇ ਸੰਕੇਤ ਹਨ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਹੈ ਕਿ ਭਾਰਤੀ ਖੇਤੀ ਨਿਰਬਾਹ ਖੇਤੀ ਤੋਂ ਹਟ ਕੇ ਵਪਾਰਕ ਖੇਤੀ ਵੱਲ ਵੱਧ ਰਹੀ ਹੈ? ਉੱਤਰ, ਪੰਜਾਬ ਅਤੇ ਹਰਿਆਣੇ ਵਿੱਚ ਮਿਲਣ ਵਾਲੇ ਸਿੰਚਾਈ ਦੇ ਸਾਧਨਾਂ ਦੇ ਤੌਰ 'ਤੇ ਚੌਲ ਦੀ ਖੇਤੀ ਕਮਰਸ਼ੀਅਲ ਆਧਾਰ 'ਤੇ ਕੀਤੀ ਜਾਂਦੀ ਹੈ। ਨੰਬਰ 2, ਇਹਨਾਂ ਰਾਜਾਂ ਵਿੱਚ ਬਾਸਮਤੀ ਕਿਸਮ ਦਾ ਚਾਵਲ ਪੈਦਾ ਕਰਕੇ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਹੈ। ਨੰਬਰ 3, ਸਰਕਾਰ ਦੀ ਨਵੀਂ ਆਰਥਿਕ ਨੀਤੀ ਦੁਆਰਾ ਖੇਤੀ ਵਸਤਾਂ ਦੇ ਨਿਰਯਾਤ ਵਿੱਚ ਕਾਫੀ ਵਾਧਾ ਹੋਇਆ ਹੈ। ਨੰਬਰ 4, ਨਿਰਯਾਤ ਨੂੰ ਉਤਸ਼ਾਹਿਤ ਕਰਨ ਨਾਲ ਖੇਤੀ ਖੇਤਰ ਵਿੱਚ ਵੱਧ ਉਤਪਾਦਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਪ੍ਰਸ਼ਨ ਨੰਬਰ 25 ਹੈਗੇ, ਖੇਤੀਬਾੜੀ ਦੇ ਵਿਕਾਸ ਦੇ ਲਈ ਭਾਰਤ ਸਰਕਾਰ ਦੁਆਰਾ ਕੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ? ਨੰਬਰ 1, ਜ਼ਿਮੀਂਦਾਰੀ ਪ੍ਰਥਾ ਕਾਨੂੰਨ ਬਣਾ ਕੇ ਖਤਮ ਕਰ ਦਿੱਤੀ ਗਈ ਹੈ। ਨੰਬਰ 2,
ਚੱਕਬੰਦੀ ਲਾਗੂ ਕਰਕੇ ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਦੂਰ ਦੂਰ ਤੱਕ ਬਿਖਰੀ ਹੋਈ ਜ਼ਮੀਨ ਨੂੰ ਵੱਡੀਆਂ ਜੋਤਾਂ ਵਿੱਚ ਬਦਲ ਦਿੱਤਾ ਗਿਆ ਹੈ। ਨੰਬਰ 3, ਸਿੰਚਾਈ ਵਿੱਚ ਵੀ ਕਾਫੀ ਉੱਨਤੀ ਹੋਈ ਹੈ। ਨੰਬਰ 4, ਖੇਤੀ ਦੇ ਵਿਕਾਸ ਨੂੰ ਵਧਾਉਣ ਲਈ ਹਰੇਕ ਜ਼ਿਲ੍ਹੇ ਵਿੱਚ ਸੋਧ ਬੈਂਕ ਖੋਲ੍ਹੇ ਗਏ ਹਨ। ਤਾਂ ਬੱਚਿਓ, ਇਸ ਪਾਠ ਦੇ ਪ੍ਰਸ਼ਨ ਉੱਤਰ ਪੂਰੇ ਹੋ ਚੁੱਕੇ ਨੇ। ਅਗਲਾ ਪਾਠ ਜਲਦ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।